Dear students, today I shall discuss the story of second lesson of our literature book, Say No. The story of the lesson resembles with the famous tales of King Akbar and his favorite minister Birbal, in which Birbal is always portrayed as very wise and witty minister, so he remains favorite of Akbar because he always solves the problems of Akbar and he is always able to see behind the scene. In the present story, we are introduced with two characters. One of the character is King Krishna and another is Gopal, who is a barber by profession. So in the very beginning of the story, we are told that there was a witty barber named Gopal because he had helped the king many a time, so that he was now king's favorite. King trusted him so much that he had never said him no to anything whatever he demanded. ਸੋ ਆਪਾਂ ਕੀ ਕਰ ਰਹੇ ਹਾਂ ਜੀ, ਸੈਕੰਡ ਜਿਹੜਾ ਸਾਡਾ ਲੈਸਨ ਹੈ ਲਿਟਰੇਚਰ ਬੁੱਕ ਦਾ ਸੇ ਨੋ, ਉਹਨੂੰ ਆਪਾਂ ਸਟਾਰਟ ਕਰਨ ਜਾ ਰਹੇ ਹਾਂ। ਟੈਕਸਟ ਨੇ ਸਾਨੂੰ ਉਹਦੇ ਰਾਈਟਰ ਬਾਰੇ ਕੁਝ ਨਹੀਂ ਦੱਸਿਆ ਐਂਡ ਜਿਹੜੀ ਸਟੋਰੀ ਹੈ ਸੇ ਨੋ ਦੀ ਉਹ ਰਿਸੈਂਬਲ ਕਰਦੀ ਹੈ, ਮੈਚ ਕਰਦੀ ਹੈ ਜਿਹੜੀਆਂ ਆਪਾਂ ਫੇਮਸ ਟੇਲਸ ਅਕਸਰ ਸੁਣਦੇ ਰਹੇ ਹਾਂ ਕਿੰਗ ਅਕਬਰ ਤੇ ਉਹਦੇ ਫੇਵਰੇਟ ਮਿਨਿਸਟਰ ਬੀਰਬਲ ਦੀਆਂ, ਜਿਹਦੇ ਵਿੱਚ ਜਿਹੜਾ ਬੀਰਬਲ ਹੈ ਬੜਾ ਬਿੱਟੀ ਹਾਜ਼ਰ ਜਵਾਬੀ, ਬੜਾ ਇੰਟੈਲੀਜੈਂਟ ਵਾਈਜ਼ ਸ਼ੋਅ ਕੀਤਾ ਜਾਂਦਾ ਤੇ ਉਹ ਕਿੰਗ ਅਕਬਰ ਦਾ ਹਮੇਸ਼ਾ ਹੀ ਫੇਵਰੇਟ ਰਿਹਾ ਕਿਉਂਕਿ ਉਹ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਸੋਲਵ ਕਰਦਾ ਇਨ ਅ ਡਿਫਰੈਂਟ ਵੇ, ਆਊਟ ਆਫ ਦੀ ਬਾਕਸ ਬੜੇ ਵਧੀਆ ਤਰੀਕੇ ਦੇ ਨਾਲ ਸੋਲਵ ਕਰਦਾ। ਮੋਰਓਵਰ ਸਾਨੂੰ ਕੀ ਪਤਾ ਲੱਗਦਾ ਜਿਹੜਾ ਕਿੰਗ ਅਕਬਰ ਹੈ ਹਮੇਸ਼ਾ ਹੀ ਉਹਨੂੰ ਟਰਸਟਡ ਕਰਦਾ ਸੀ ਐਂਡ ਬੜਾ ਫੇਵਰੇਟ ਉਹਦਾ ਉਹ ਮਿਨਿਸਟਰ ਰਿਹਾ ਹੈ। ਸਿਮਿਲਰਲੀ ਜਿਹੜੀ ਸਾਡੀ ਪ੍ਰੈਜ਼ੈਂਟ ਸਟੋਰੀ ਹੈ ਇਹਦੇ ਵਿੱਚ ਵੀ ਇੱਕ ਕਿੰਗ ਹੈ ਜਿਹਦਾ ਨਾਮ ਕ੍ਰਿਸ਼ਨਾ ਸਾਨੂੰ ਦੱਸਿਆ ਗਿਆ। ਅਗੇਨ ਉਹਦਾ ਇੱਕ ਫੇਵਰੇਟ ਬਾਰਬਰ ਹੈ, ਜਿਹੜਾ ਬਾਰਬਰ ਹੋ ਗਿਆ ਹੇਅਰ ਕਟਿੰਗ ਕਰਨ ਵਾਲਾ, ਨਾਈ ਹੈ ਜਿਹੜਾ ਬਾਈ ਪ੍ਰੋਫੈਸ਼ਨ, ਉਹਦਾ ਫੇਵਰੇਟ ਹੈ ਕਿਉਂਕਿ ਬਹੁਤ ਵਾਰੀ ਉਹਨੇ ਕਿੰਗ ਕ੍ਰਿਸ਼ਨਾ ਦੀ ਮਦਦ ਕੀਤੀ ਹੈ ਇਨ ਡਿਫਰੈਂਟ ਵੇਜ਼। ਦੈਟਸ ਵਾਈ ਜਿਹੜਾ ਕਿੰਗ ਹੈ ਇੰਨਾ ਕੁ ਉਹਦੇ ਟਰਸਟ ਕਰਦਾ ਕਿ ਉਹ ਜੋ ਕੁਝ ਵੀ ਕਹਿੰਦਾ ਕਦੇ ਵੀ ਉਸਨੂੰ ਨਾ ਨਹੀਂ ਕਹਿੰਦਾ। ਸੋ Gopal was favorite barber of King Krishna. That's why Krishna king's courtiers and ministers were jealous of Gopal, because the king never said no to him whatever he asked for. That's why one day they thought of a plan. They informed the king that he always gets away with so many things because he always says yes to whatever he says. If once he would say no to whatever he said, he will see that he will not be able to solve his problems. Although the king knew the reality that they were all jealous of him, but still he agreed to prove that Gopal was very clever person. So ਜਦੋਂ ਉਹਨਾਂ ਨੂੰ ਪਤਾ ਲੱਗਦਾ ਜਿਹੜੇ ਕਿੰਗ ਕ੍ਰਿਸ਼ਨਾ ਉਹਦੇ ਜਿਹੜੇ ਕੋਟੀਅਰਸ ਨੇ, ਦਰਬਾਰੀ ਨੇ ਤੇ ਮਿਨਿਸਟਰਸ ਨੇ, ਜਿਹੜੇ ਮੰਤਰੀ ਨੇ, ਉਹ ਬੜੀ ਜੈਲਸੀ ਫੀਲ ਕਰਦੇ ਨੇ ਗੋਪਾਲ ਤੋਂ। ਕਿਉਂਕਿ ਉਹ ਕਿੰਗ ਦਾ ਫੇਵਰੇਟ ਹੈ, ਕਿੰਗ ਕਦੇ ਵੀ ਉਹਨੂੰ ਕਿਸੇ ਵੀ ਚੀਜ਼ ਤੋਂ ਨਾ ਨਹੀਂ ਕਹਿੰਦਾ। ਇਸ ਲਈ ਉਹਨਾਂ ਨੇ ਇੱਕ ਪਲਾਨ ਬਣਾਇਆ, ਉਹਨਾਂ ਨੇ ਕਿੰਗ ਨੂੰ ਇਨਫੋਰਮ ਕੀਤਾ ਕਿ ਤੁਸੀਂ ਹਰ ਇੱਕ ਉਹਦੀ ਜੋ ਵੀ ਡਿਮਾਂਡ ਕਰਦਾ ਉਹਨੂੰ ਹਾਂ ਕਹਿ ਦਿੰਦੇ ਹੋ, ਜਿਹਦੇ ਕਰਕੇ ਉਹ ਕਾਫੀ ਸਾਰੇ ਬੈਨੀਫਿਟਸ ਲੈ ਜਾਂਦਾ। ਇਸੇ ਲਈ ਉਹ ਤੁਹਾਡੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਸੋਲਵ ਕਰ ਪਾਉਂਦਾ। ਉਹ ਕਹਿੰਦੇ ਜਿੱਦਣ ਵੀ ਤੁਸੀਂ ਉਹਨੂੰ ਕਿਸੇ ਵੀ ਚੀਜ਼ ਤੋਂ ਨਾ ਕਹਿਤੀ ਦੈਨ ਤੁਸੀਂ ਕੀ ਦੇਖੋਗੇ, ਉਹ ਤੁਹਾਡੀ ਕੋਈ ਵੀ ਪ੍ਰੋਬਲਮ ਨੂੰ ਸੋਲਵ ਕਰਨ ਦੇ ਏਬਲ ਨਹੀਂ ਹੋਊਗਾ, ਸੋਲਵ ਨਹੀਂ ਕਰ ਪਾਊਗਾ। ਕਿੰਗ ਨੂੰ ਰਿਐਲਿਟੀ ਪਤਾ ਸੀਗੀ ਕਿ ਜਿਹੜੇ ਕੋਟੀਅਰਸ ਐਂਡ ਮਿਨਿਸਟਰ ਸੀਗੇ ਦੇ ਵਰ ਜੈਲਸ ਆਫ ਗੋਪਾਲ ਤੋਂ ਜੈਲਸੀ ਫੀਲ ਕਰਦੇ ਸੀ। ਦੈਟਸ ਵਾਈ ਦੇ ਵਰ ਸੇਇੰਗ ਸੋ, ਇਸ ਕਰਕੇ ਹੀ ਉਹ ਇਦਾਂ ਦੀ ਗੱਲ ਕਹਿ ਰਹੇ ਸੀ। ਬਟ ਸਟਿਲ ਉਹਨੂੰ ਗੋਪਾਲ ਉੱਤੇ ਇੰਨਾ ਕੁ ਟਰਸਟ ਸੀਗਾ, ਉਹਨਾਂ ਨੂੰ ਪਤਾ ਸੀਗਾ ਕਿੰਗ ਨੂੰ ਕਿ ਜਿਹੜਾ ਗੋਪਾਲ ਹੈ ਬੜਾ ਕਲੈਵਰ ਪਰਸਨ ਹੈ, ਉਹਨੂੰ ਪਤਾ ਹਾਊ ਟੂ ਹੈਂਡਲ ਦੀ ਸਿਚੁਏਸ਼ਨਸ, ਕਿਹੜੀ ਸਿਚੁਏਸ਼ਨ ਨੂੰ ਕਦੋਂ ਕਿਵੇਂ ਕਿੱਥੇ ਹੈਂਡਲ ਕਰਨਾ ਉਹਦੀ ਪ੍ਰੋਪਰਲੀ ਨੌਲੇਜ ਸੀਗੀ। ਦੈਟਸ ਵਾਈ ਉਹਨਾਂ ਨੇ ਇਹ ਜਾਣਦੇ ਹੋਏ ਵੀ ਉਹ ਜੈਲਸ ਸੀਗੇ, ਉਹਨਾਂ ਨੇ ਕਹਿਤਾ ਵੀ ਮੈਂ ਤੁਹਾਡੇ ਪਲਾਨ ਦੇ ਅਕੋਰਡਿੰਗਲੀ ਉਹਨੂੰ ਨੋ ਕਹਿ ਦੂੰਗਾ ਐਂਡ ਤੁਹਾਨੂੰ ਮੈਂ ਪ੍ਰੂਵ ਕਰ ਦੂੰਗਾ ਦੈਟ ਹੀ ਇਜ਼ ਅ ਵੈਰੀ ਕਲੈਵਰ ਪਰਸਨ, ਫਿਰ ਵੀ ਉਹ ਏਬਲ ਆ ਮੇਰੀਆਂ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ। So the next day, when the usual proceedings were going on in the court, Gopal entered the court, but he noticed that the ministers and courtiers were giggling at his back. So he at once knew that they were going to play some dirty game behind him. And
Then king announced for the suggestions on the topic how the people of his kingdom could be made wise and intelligent. And as we know, Gopal was very intelligent and he was very witty, so he came out with a suggestion. He suggested the king that some discussion topic should be given to people every day for an hour at least. But strangely, the king rejected his suggestion by saying no. This happened for the very first time in his life. So ਆਪਾਂ ਨੂੰ ਜਿੱਦਾਂ ਪਤਾ ਲੱਗਿਆ ਜੀ, ਜਿਹੜੇ ਕਿੰਗਸ ਤੇ ਮਿਨਿਸਟਰ ਸੀਗੇ ਗੋਪਾਲ, ਜਿਹੜੇ ਕਿੰਗ ਤੇ ਮਿਨਿਸਟਰ ਸੀਗੇ, ਕਿੰਗ ਹੈ ਜਿਹੜਾ ਕ੍ਰਿਸ਼ਨਾ ਦੇ, ਉਹ ਬੜੇ ਜੈਲਸੀ ਫੀਲ ਕਰਦੇ ਨੇ। ਉਹਨਾਂ ਨੇ ਇੱਕ ਪਲਾਨ ਬਣਾ ਲਿਆ। ਪਲਾਨ ਦੇ ਅਕੋਰਡਿੰਗਲੀ ਉਹਨਾਂ ਨੇ ਕਿੰਗ ਨੂੰ ਕਹਿਤਾ ਕਿ ਤੁਸੀਂ ਨੋ ਕਹਿਣੀ ਹੈ। ਜਿਵੇਂ ਹੀ ਹੁਣ ਨੈਕਸਟ ਡੇ ਜਿਹੜੀਆਂ ਆਮ ਕੰਮਕਾਜ ਨੇ ਕੋਰਟ ਦੇ ਵਿੱਚ ਚੱਲ ਰਹੇ ਸੀਗੇ, ਗੋਪਾਲ ਐਂਟਰ ਕਰਦਾ। ਉਹ ਕੀ ਦੇਖਦਾ, ਜਦੋਂ ਉਹ ਐਂਟਰ ਕਰਦਾ, ਜਿਹੜੇ ਮਿਨਿਸਟਰਸ ਐਂਡ ਕੋਰਟੀਅਰਸ ਸੀ ਦੇ ਵਰ ਗਿਗਲਿੰਗ ਹੋ ਗਿਆ, ਹੱਸ ਰਹੇ ਸੀ। ਇਹਦੇ ਤੋਂ ਉਹਨੂੰ ਸ਼ੋਰ ਹੋ ਗਿਆ ਕਿ ਉਹ ਅੱਜ ਕੋਈ ਡਰਟੀ ਗੇਮ ਖੇਡਣ ਜਾ ਰਹੇ ਨੇ, ਕੋਈ ਪਲਾਨ ਹੈ ਉਹਨਾਂ ਦਾ, ਉਹ ਕਿਸੇ ਵੇ ਦੇ ਨਾਲ ਉਹਨੂੰ ਡਿਫੀਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇੱਦਾਂ ਹੀ ਉਹ ਹਜੇ ਉਹਨੇ ਇਸ ਚੀਜ਼ ਨੂੰ ਨੋਟਿਸ ਹੀ ਕੀਤਾ, ਜਿਹੜਾ ਕਿੰਗ ਹੈ ਉਹਨੇ ਅਨਾਊਂਸ ਕਰਤਾ ਕਿ ਉਹਦੇ ਜਿਹੜੀ ਕਿੰਗਡਮ ਦੇ ਲੋਕ ਨੇ ਉਹਨਾਂ ਨੂੰ ਇੰਟੈਲੀਜੈਂਟ ਤੇ ਵਾਈਜ਼ ਕਿੱਦਾਂ ਬਣਾਇਆ ਜਾ ਸਕਦਾ ਸੀ, ਉਹਦੇ ਲਈ ਸੁਜੈਸ਼ਨਸ ਦੀ ਡਿਮਾਂਡ ਕੀਤੀ। ਸੋ ਆਪਾਂ ਨੂੰ ਜਿੱਦਾਂ ਪਤਾ ਗੋਪਾਲ ਬੜਾ ਹਾਜ਼ਰ ਜਵਾਬੀ ਸੀ, ਉਹ ਸੁਜੈਸ਼ਨ ਦੇ ਨਾਲ ਕਿੰਗ ਦੇ ਕੋਲ ਜਾਂਦਾ, ਕਿੰਗ ਨੂੰ ਸੁਜੈਸ਼ਨ ਪ੍ਰੋਵਾਈਡ ਕਰਦਾ ਕਿ ਕੋਈ ਵੀ ਡਿਸਕਸ਼ਨ ਟੌਪਿਕ ਹਰ ਰੋਜ਼ ਜਿਹੜੇ ਪਰਸਨਸ ਨੇ ਉਹਨਾਂ ਨੂੰ ਦਿੱਤਾ ਜਾਣਾ ਚਾਹੀਦਾ, ਉਹਦੇ ਕਿੰਗਡਮ ਦੇ ਲੋਕਾਂ ਨੂੰ ਐਟਲੀਸਟ 1 ਘੰਟੇ ਦੇ ਲਈ, ਮਿਨੀਮਮ 1 ਘੰਟੇ ਦੇ ਲਈ, ਇਸ ਤੋਂ ਵੱਧ ਵੀ ਦਿੱਤਾ ਜਾ ਸਕਦਾ। ਪਰ ਸਟ੍ਰੇਂਜਲੀ ਗੱਲ ਕੀ ਹੈਪਨਿੰਗ ਹੋਈ, ਵੈਰੀ ਫਸਟ ਟਾਈਮ ਜਿਹੜੀ ਗੋਪਾਲ ਦੀ ਲਾਈਫ ਦੇ ਵਿੱਚ ਹੈਪਨਿੰਗ ਹੋਈ, ਜਿਹੜਾ ਕਿੰਗ ਹੈ ਉਹਨਾਂ ਨੇ ਉਹਨਾਂ ਦਾ ਸੁਜੈਸ਼ਨ ਹੈ ਜਿਹੜਾ ਰਿਜੈਕਟ ਕਰਤਾ, ਉਹਨੂੰ ਨੋ ਕਹਿ ਕੇ, ਜਦੋਂ ਕਿ ਉਹਨਾਂ ਦਾ ਆਪਾਂ ਨੂੰ ਪਤਾ ਸੁਜੈਸ਼ਨ ਵਾਜ਼ ਵੈਰੀ ਵੈਲਿਡ, ਬੜਾ ਵੈਲਿਡ ਸੁਜੈਸ਼ਨ ਦਿੱਤਾ ਗਿਆ ਸੀ। ਸੋ ਐਜ਼ ਦੀ ਸਟੋਰੀ ਪ੍ਰੋਗਰੈਸਿਸ ਫਰਦਰ, ਗੋਪਾਲ ਵਾਜ਼ ਸਰਟਨ that the jealous ministers and courtiers must had hatched some plan. So in order to trap them in their own plan, he requested the king to give 500 gold coins to each of the courtiers and ministers. He gave the reason that the reward should be given to them because they helped to manage his kingdom. But as per the plan, the king said no. It made his courtiers sad and disappointed. ਸੋ ਨੈਕਸਟ ਸਾਨੂੰ ਕੀ ਪਤਾ ਲੱਗਦਾ ਜੀ, ਜਦੋਂ ਗੋਪਾਲ ਨੂੰ ਸ਼ਿਓਰ ਹੋ ਗਿਆ ਕਿ ਉਹਦੇ ਬਿਹਾਈਂਡ ਕੋਈ ਪਲਾਨ ਬਣਾਇਆ ਗਿਆ, ਕੋਰਟੀਅਰਸ ਤੇ ਮਿਨਿਸਟਰਸ ਨੇ ਉਹਨਾਂ ਨੂੰ ਉਹਨਾਂ ਦੇ ਪਲਾਨ ਦੇ ਵਿੱਚ ਹੀ ਫਸਾਉਣ ਦੇ ਲਈ ਕਿੰਗ ਨੇ ਗੋਪਾਲ ਨੇ ਰਿਕੁਐਸਟ ਕੀਤੀ ਕਿੰਗ ਨੂੰ ਕਿ ਉਹਨਾਂ ਨੂੰ 500 ਗੋਲਡ ਦੀਆਂ ਜਿਹੜੀਆਂ ਮੋਹਰਾਂ ਨੇ, ਕੁਐਨਸ ਨੇ, ਉਹ ਦੇ ਦਿੱਤੇ ਜਾਣੇ ਚਾਹੀਦੇ ਨੇ ਕਿੰਗਸ ਤੇ ਮਿਨਿਸਟਰਸ ਨੂੰ, ਹਰ ਇੱਕ ਨੂੰ 500। ਕਿਉਂ? ਕਿਉਂਕਿ ਉਹ ਜਿਹੜੀ ਕਿੰਗਡਮ ਹੈ ਉਹਨੂੰ ਚਲਾਉਣ ਦੇ ਵਿੱਚ ਜਿਹੜਾ ਕਿੰਗ ਹੈ ਉਹਦੀ ਬੜੀ ਮਦਦ ਕਰਦੇ ਨੇ। ਲੇਕਿਨ ਪਲਾਨ ਦੇ ਅਕੋਰਡਿੰਗਲੀ ਕਿੰਗ ਨੇ ਨਾ ਕਹਿਤੀ, ਜਿਹਦੇ ਕਰਕੇ ਜਿਹੜੇ ਮਿਨਿਸਟਰਸ ਤੇ ਕੋਰਟੀਅਰਸ ਨੇ ਉਹ ਇੱਕਦਮ ਸੈਡ ਹੋ ਗਏ। When Gopal see that his idea was again rejected, so he again requested the king that they should be given free land. The ministers were again very happy, but the king again rejected his idea, saying no. And the king smiled because he knew that Gopal had understood his minister's dirty plan. ਨੈਕਸਟ ਕੀ ਹੁੰਦਾ, ਗੋਪਾਲ ਨੂੰ ਜਦੋਂ ਲੱਗਦਾ ਕਿ ਉਹਦਾ ਜਿਹੜਾ ਆਈਡੀਆ ਉਹਨੂੰ ਰਿਜੈਕਟ ਕਰ ਦਿੱਤਾ ਗਿਆ ਕਿੰਗ ਦੇ ਰਾਹੀਂ, ਦੈਨ ਉਹਨੇ ਫਿਰ ਤੋਂ ਇੱਕ ਹੋਰ ਸੁਜੈਸ਼ਨ ਦਿੱਤਾ, ਕਹਿੰਦਾ ਜੇ ਪੋਸੀਬਲ ਨਹੀਂ ਤਾਂ ਇੱਦਾਂ ਕਰੋ, ਉਹਨਾਂ ਨੂੰ ਜਿਹੜੀ ਲੈਂਡ ਹੈ ਉਹ ਦੇ ਦਿੱਤੀ ਜਾਣੀ ਚਾਹੀਦੀ ਹੈ ਫ੍ਰੀ ਆਫ ਕਾਸਟ ਰਿਵਾਰਡ ਦੇ ਤੌਰ ਦੇ ਉੱਤੇ। ਲੇਕਿਨ ਕਿੰਗ ਨੇ ਫਿਰ ਤੋਂ ਐਜ਼ ਪਰ ਦੀ ਪਲਾਨ, ਕਿਉਂਕਿ ਉਹਨੇ ਪ੍ਰੋਮਿਸ ਕੀਤਾ ਸੀਗਾ ਮਿਨਿਸਟਰਸ ਤੇ ਕੋਰਟੀਅਰਸ ਦੇ ਨਾਲ ਵੀ ਜੋ ਵੀ ਉਹ ਕਹੂਗਾ ਉਹਨੂੰ ਨਾ ਕਹਿ ਦੂਗਾ, ਉਹਨੇ ਫਿਰ ਤੋਂ ਨਾ ਕਹਿਤੀ। ਫਿਰ ਜਿਹੜਾ ਕਿੰਗ ਹੈ ਉਹਨੇ ਸਮਾਈਲ ਕੀਤੀ, ਉਹਨੂੰ ਪਤਾ ਸੀਗਾ ਸਮਾਈਲ ਕਰ ਰਿਹਾ ਸੀ ਜਦੋਂ ਉਹਨੇ ਨਾ ਕਹੀ, ਉਹਨੂੰ ਪਤਾ ਲੱਗ ਗਿਆ ਕਿ ਜਿਹੜਾ ਗੋਪਾਲ ਹੈ ਉਹਦਾ ਜਿਹੜਾ ਪਲਾਨ ਹੈ ਸਮਝ ਚੁੱਕਿਆ, ਉਹਨਾਂ ਨੂੰ ਉਹਨਾਂ ਦੇ ਪਲਾਨ ਦੇ ਵਿੱਚ ਫਸਾਉਣ ਦੇ ਲਈ ਉਹ ਇੱਦਾਂ ਦਾ ਕਰ ਰਿਹਾ ਹੈ। ਜਿਹੜਾ ਕਿੰਗ ਹੈ ਬੜਾ ਖੁਸ਼ ਸਾਨੂੰ ਨਜ਼ਰ ਆਉਂਦਾ ਹੈ। ਸੋ ਨਾਓ ਗੋਪਾਲ in order to trap them in their own plan requested the king not to ask his ministers and courtiers to do work in the fields like that of their farmers. The king replied he will ask them, and at this they realized their mistake.
ਸੋ ਨੈਕਸਟ ਉਹਨਾਂ ਨੂੰ ਉਹਨਾਂ ਦੇ ਪਲਾਨ ਦੇ ਵਿੱਚ ਹੀ ਫਸਾਉਣ ਦੇ ਲਈ ਗੋਪਾਲ ਨੇ ਕੀ ਕਿਹਾ, ਉਹ ਕਹਿੰਦਾ ਵੀ ਮੈਨੂੰ ਉਮੀਦ ਹੈ, ਕਿੰਗ ਨੂੰ ਰਿਕੁਐਸਟ ਕਰਦਾ, ਕਹਿੰਦਾ ਮੈਨੂੰ ਉਮੀਦ ਹੈ ਤੁਸੀਂ ਕੋਟੀਅਰਸ ਐਂਡ ਮਿਨਿਸਟਰਸ ਨੂੰ ਫੀਲਡਸ ਦੇ ਵਿੱਚ, ਖੇਤਾਂ ਦੇ ਵਿੱਚ ਫਾਰਮਰਸ ਦੀ ਤਰ੍ਹਾਂ ਕੰਮ ਕਰਨ ਦੇ ਲਈ ਨਹੀਂ ਕਹੋਗੇ, ਕਿਉਂਕਿ ਹੁਣ ਕਿੰਗ ਨੇ ਹਰ ਇੱਕ ਚੀਜ਼ ਨੂੰ ਰਿਜੈਕਟ ਕਰਨਾ ਸੀ। ਉਹ ਕਹਿੰਦੇ ਨਹੀਂ ਮੈਂ ਕਹੂੰਗਾ। ਜਦੋਂ ਇੱਦਾਂ ਕਿਹਾ, ਜਿਹੜੇ ਮਿਨਿਸਟਰਸ ਐਂਡ ਕੋਟੀਅਰਸ ਸੀਗੇ ਉਹਨਾਂ ਨੂੰ ਰੀਅਲਾਈਜ਼ ਹੋ ਗਿਆ ਕਿ ਉਹਨਾਂ ਦੀ ਜਿਹੜੀ ਮਿਸਟੇਕ ਉਹਨਾਂ ਨੇ ਕੀਤੀ ਸੀ। ਉਹਨਾਂ ਨੂੰ ਰੀਅਲਾਈਜ਼ ਹੋ ਗਿਆ ਕਿ ਜਿਹੜਾ ਗੋਪਾਲ ਹੈ ਹੀ ਵਾਜ਼ ਵੈਰੀ clever, very witty and very intelligent person. The king suppressed his laughter and ordered them to do work in his fields. The ministers, after listening this, fell at the king's feet and asked that they were very sorry. They asked for forgiveness. Before the king could say anything, Gopal said to the king that he should forgive them. And the king again shouted back, "No!" At once, all the ministers and the courtiers got up and ran away. Both the king and Gopal burst out laughing. Now they knew that the jealous ministers as well as the courtiers had learned their lesson. ਸੋ ਨੈਕਸਟ ਸਾਨੂੰ ਸਟੋਰੀ 'ਚ ਕੀ ਪਤਾ ਲੱਗਿਆ, ਜਿਹੜਾ ਕਿੰਗ ਹੈ ਉਹਨੇ ਆਪਣਾ ਜਿਹੜਾ ਹਾਸਾ ਹੈ ਉਹਨੂੰ ਸਪਰੈਸ ਕਰ ਲਿਆ, ਰੋਕ ਲਿਆ ਐਂਡ ਆਰਡਰ ਦਿੱਤਾ, ਕਹਿੰਦੇ ਤੁਸੀਂ ਡੇਲੀ ਮੇਰੇ ਫੀਲਡਸ ਦੇ ਵਿੱਚ ਵਰਕ ਕਰਨਾ। ਕਿਹਨਾਂ ਨੂੰ ਆਰਡਰ ਦਿੱਤਾ? ਮਿਨਿਸਟਰਸ ਐਂਡ ਕੋਟੀਅਰਸ ਨੂੰ। ਇਹ ਸੁਣ ਕੇ ਜਿਹੜੇ ਮਿਨਿਸਟਰਸ ਨੇ ਉਹ ਇੱਕਦਮ ਕਿੰਗ ਦੇ ਪੈਰਾਂ ਦੇ ਉੱਤੇ ਪੈਰੀਂ ਹੱਥ ਲਗਾਉਣ ਲਈ ਆ ਗਏ, ਝੁਕ ਗਏ, ਉਹਨਾਂ ਨੇ ਗਲਤੀ ਆਪਣੀ ਮੰਨੀ। ਇਹ ਤੋਂ ਪਹਿਲਾਂ ਕਿ ਜਿਹੜਾ ਕਿੰਗ ਹੈ ਉਹਨਾਂ ਨੂੰ ਮਾਫ ਕਰ ਦਿੰਦਾ, ਗੋਪਾਲ ਨੇ ਬੜੇ ਕਲੈਵਰਲੀ ਤਰੀਕੇ ਦੇ ਨਾਲ ਅਗੇਨ ਕਿੰਗ ਨੂੰ ਰਿਕੁਐਸਟ ਕੀਤੀ ਕਿ ਇਹਨਾਂ ਨੂੰ ਮਾਫ ਕਰ ਦੇਣਾ ਚਾਹੀਦਾ ਹੈ। ਕਿੰਗ ਨੇ ਐਜ਼ ਪਰ ਦੀ ਪਲਾਨ ਫਿਰ ਤੋਂ ਸ਼ਾਊਟਡ ਕਹਿਤਾ, ਬੜੀ ਉੱਚੀ ਤਰੀਕੇ ਦੇ ਨਾਲ ਕਹਿਤਾ, ਕਹਿੰਦਾ ਨੋ। ਇਹ ਸੁਣਦੀ ਸਾਰ ਜਿਹੜੇ ਮਿਨਿਸਟਰਸ ਤੇ ਕੋਟੀਅਰਸ ਸੀਗੇ ਉਹ ਉੱਠ ਖੜੇ ਅਤੇ ਤੇਜ਼ੀ ਦੇ ਨਾਲ ਭੱਜ ਗਏ। ਉਹਨਾਂ ਦੇ ਜਾਣ ਤੋਂ ਬਾਅਦ ਕਿੰਗ ਤੇ ਗੋਪਾਲ ਦੋਨੇ ਹੱਸਣ ਦੇ ਵਿੱਚ ਬਿਜ਼ੀ ਹੋ ਗਏ। ਉਹ ਬੜਾ ਉੱਚੀ ਉੱਚੀ ਹੱਸਣ ਲੱਗ ਗਏ, ਬਿਕੋਜ਼ ਹੁਣ ਉਹਨਾਂ ਨੂੰ ਪਤਾ ਸੀਗਾ ਜਿਹੜੇ ਮਿਨਿਸਟਰ ਸੀਗੇ ਐਂਡ ਕੋਟੀਅਰ ਸੀਗੇ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਦਾ ਜਿਹੜਾ ਸਬਕ ਹੈ ਉਹ ਮਿਲ ਚੁੱਕਿਆ ਸੀਗਾ। ਵਿਦ ਦਿਸ ਦੀ ਸਟੋਰੀ ਆਲਸੋ ਟੀਚਸ ਅਸ that we should not feel jealous of anybody, rather we should try to improve our own quality. ਇਹਦੇ ਨਾਲ ਹੀ ਸਟੋਰੀ ਸਾਨੂੰ ਕੀ ਟੀਚ ਕਰਦੀ ਹੈ ਕਿ ਸਾਨੂੰ ਕਿਸੇ ਦੇ ਨਾਲ ਜੈਲਸੀ ਨਹੀਂ ਫੀਲ ਕਰਨੀ ਚਾਹੀਦੀ। ਜੈਲਸੀ ਫੀਲ ਕਰਨ ਦੀ ਬਜਾਏ ਸਾਨੂੰ ਆਪਣੀ ਓਨ ਕੁਆਲਿਟੀ ਹੈ ਜਿਹੜੀ ਉਹਨੂੰ ਡੇਲੀ ਇੰਪਰੂਵ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। Moreover, the story teaches us that if we feel at some point that we have fallen in a plan, we should try to think creatively. ਨਦਰ ਸਾਨੂੰ ਸਟੋਰੀ ਕੀ ਟੀਚ ਕਰਦੀ ਹੈ, ਜੇ ਸਾਨੂੰ ਲੱਗਦਾ ਕਿ ਕਿਸੇ ਸਿਚੁਏਸ਼ਨ 'ਚ ਅਸੀਂ ਫਸ ਚੁੱਕੇ ਹਾਂ, ਕੋਈ ਪ੍ਰੋਬਲਮ ਆ ਗਈ ਹੈ, ਕੋਈ ਦੁੱਖ ਆ ਗਿਆ, ਦੈਨ ਸਾਨੂੰ ਕੀ ਟਰਾਈ ਕਰਨੀ ਚਾਹੀਦੀ ਹੈ, ਉਹਦਾ ਜਿਹੜਾ ਸੋਲਿਊਸ਼ਨ ਹੈ ਉਹਨੂੰ ਕ੍ਰੀਏਟਿਵਲੀ ਸੋਚਣ ਦੇ ਲਈ। ਇਹ ਸਾਨੂੰ ਕਿੱਥੋਂ ਪਤਾ ਲੱਗਦਾ? ਵੀ ਸ਼ੁੱਡ ਟਰਾਈ ਟੂ ਲਰਨ ਦਿਸ ਲੈਸਨ ਫਰੋਮ ਗੋਪਾਲ। ਗੋਪਾਲ ਤੋਂ ਸਾਨੂੰ ਲਰਨ ਕਰਨ ਦੀ ਲੋੜ ਹੈ ਕਿ ਉਹ ਹਰ ਇੱਕ ਪ੍ਰੋਬਲਮ ਨੂੰ ਹੀ ਆਲਵੇਜ਼ ਟਰਾਈ ਟੂ ਥਿੰਕ ਆਊਟ ਆਫ ਦੀ ਬਾਕਸ, ਬੜੇ ਯੂਨੀਕ ਤਰੀਕੇ ਦੇ ਨਾਲ ਉਹਦੀ ਜਿਹੜੀ ਜੋ ਵੀ ਕਿਸੇ ਪ੍ਰੋਬਲਮ 'ਚ ਫਸਦਾ ਉਹਦਾ ਹੱਲ ਸੋਚਣ ਦੀ ਉਹ ਕੋਸ਼ਿਸ਼ ਕਰਦਾ ਹੈ। ਸੋ ਆਈ ਹੋਪ ਯੂ ਹੈਵ ਅੰਡਰਸਟੂਡ ਦੀ ਸਟੋਰੀ ਐਜ਼ ਵੈਲ ਐਜ਼ ਦੀ ਥੀਮ ਆਫ ਦੀ ਸਟੋਰੀ।